ਡੀਅਰ ਸਟੂਡੈਂਟਸ, ਅੱਜ ਮੈਂ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਲਈ ਪੋਸਟਰ ਕੰਪਰੀਹੈਂਸ਼ਨ ਦੀ। ਜਿੱਦਾਂ ਕਿ ਤੁਹਾਨੂੰ ਪਤਾ, ਤੁਹਾਡਾ ਜਿਹੜਾ ਫਸਟ ਕੁਐਸਚਨ ਹੈ ਬੇਟਾ, ਉਹਦੇ ਵਿੱਚ ਦੋ ਹੁੰਦੇ ਨੇ ਪੈਰਾਗ੍ਰਾਫਸ। ਇੱਕ ਅਨਸੀਨ ਪੈਸੇਜ ਹੁੰਦਾ ਫਸਟ ਵਨ, ਜਿਹਦੇ 5 MCQs ਹੁੰਦੇ ਨੇ, ਅਤੇ ਸੈਕਿੰਡ ਵਨ ਹੁੰਦਾ ਪੋਸਟਰ ਕੰਪਰੀਹੈਂਸ਼ਨ। ਇਹ ਬਹੁਤ ਈਜ਼ੀ ਹੁੰਦਾ, ਬਟ ਕਈ ਵਾਰ ਈਜ਼ੀ ਦੇ ਚੱਕਰ 'ਚ ਵੀ ਅਸੀਂ ਉਹਨੂੰ ਗਲਤ ਕਰ ਜਾਂਦੇ ਹਾਂ, ਧਿਆਨ ਨਾਲ ਦੇਖਦੇ ਨਹੀਂ। ਸੋ ਇਹ ਨੰਬਰ ਲੈਣੇ ਬਹੁਤ ਈਜ਼ੀ ਨੇ। ਜੋ ਐਜੂਕੇਅਰ ਐਪ 'ਤੇ ਬਹੁਤ ਸਾਰੇ ਪੋਸਟਰ ਕੰਪਰੀਹੈਂਸ਼ਨਸ ਅਵੇਲੇਬਲ ਨੇ, ਤੁਸੀਂ ਉੱਥੋਂ ਦੇਖੋ, ਸੋਲਵ ਕਰੋ, ਅਤੇ ਕੁਝ ਮੈਂ ਤੁਹਾਡੀ ਹੈਲਪ ਲਈ ਸੋਲਵ ਕਰ ਰਹੀ ਹਾਂ ਇੱਥੇ ਇੰਪੋਰਟੈਂਟ ਵਨਸ ਕਲਾਸ 9th ਐਂਡ 10th ਲਈ। ਸੋ ਦੇਖਦੇ ਰਹੋ ਮੇਰਾ ਚੈਨਲ, ਸਬਸਕ੍ਰਾਈਬ ਕਰੋ ਅਗਰ ਨਹੀਂ ਸਬਸਕ੍ਰਾਈਬ ਕੀਤਾ। ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ। ਓਕੇ, ਫਸਟ ਪੋਸਟਰ, ਲੁੱਕ ਐਟ ਦ ਪੋਸਟਰ ਐਂਡ ਰੀਡ ਇਟ ਵੈਰੀ ਕੇਅਰਫੁਲੀ ਬੇਟਾ। ਹਾਂਜੀ, ਇਹਨੂੰ ਜਾਂ ਤਾਂ ਤੁਸੀਂ ਇੱਦਾਂ ਪਹਿਲਾਂ ਪੋਸਟਰ ਨੂੰ ਚੰਗੇ ਤਰੀਕੇ ਨਾਲ ਸਾਰੇ ਨੂੰ ਪੜ੍ਹ ਲਓ, ਫਿਰ ਕੁਐਸਚਨਸ ਦੇਖੋ, ਜਾਂ ਤੁਸੀਂ ਕੁਐਸਚਨ ਦੇਖੋ ਅਤੇ ਉਹਦੇ ਨਾਲ ਰਿਲੇਟਡ ਇੱਧਰ ਨੂੰ ਪੜ੍ਹਦੇ ਜਾਓ। ਡੂਜ਼ ਐਂਡ ਡੋਂਟ ਡੂਜ਼ ਦਾ ਮਤਲਬ ਹੈ ਕੀ ਕਰਨਾ ਕੀ ਨਹੀਂ ਕਰਨਾ ਚਾਹੀਦਾ, ਇਹਦੇ ਬਾਰੇ ਹੈ ਸਾਡਾ ਪੋਸਟਰ। ਫਸਟ ਆ, ਡੂ ਨਾਟ ਪੇ ਮਨੀ ਫॉर ਐਨੀ ਸਕੀਮ ਔਰ ਪ੍ਰੋਡਕਟ ਰਾਈਟ ਆਫਟਰ ਦਾ ਫਸਟ ਫੋਨ ਕਾਲ। ਠੀਕ ਆ, ਇੱਕ ਫੋਨ ਕਾਲ ਆਈ ਵੀ ਅਤੇ ਉਸ ਤੋਂ ਬਾਅਦ ਤੁਸੀਂ ਕਿਤੇ ਵੀ ਕੋਈ ਮਨੀ ਨਹੀਂ ਇਨਵੈਸਟ ਕਰਨੀ ਕਿਸੇ ਸਕੀਮ 'ਚ। ਸੈਕਿੰਡ ਆ, ਕ੍ਰੋਸ ਕੁਐਸਚਨ ਦਾ ਕਾਲਰ ਹੂ ਆਸਕ ਫॉर ਕ੍ਰੂਸ਼ਲ ਡਿਟੇਲ। ਜੋ ਤੁਹਾਡੀ ਕੋਈ ਪਰਸਨਲ ਡਿਟੇਲ ਮੰਗ ਰਿਹਾ, ਉਹਦੇ ਤੋਂ ਕ੍ਰੋਸ ਕੁਐਸਚਨਿੰਗ ਜ਼ਰੂਰ ਕਰੋ, ਪੁੱਛੋ ਕਿਉਂ ਚਾਹੀਦੀ ਆ। ਥਰਡ ਵਨ, ਇਫ ਐਨ ਆਫਰ ਔਨ ਮੇਲ ਸਕੀਮ ਟੂ ਗੁੱਡ ਟੂ ਬੀ ਟਰੂ ਲਾਈਕ ਆ ਲੋਟਰੀ ਔਰ ਫ੍ਰੀ ਗਿਫਟ ਇਟ ਇਜ਼। ਹਾਂ, ਕਹਿੰਦੇ ਜੇ ਕੋਈ ਆਫਰ ਦੀ ਮੇਲ ਆਉਂਦੀ ਹੈ ਤੁਹਾਨੂੰ, ਜਿਹੜੀ ਤੁਹਾਨੂੰ ਬਿਲਕੁਲ ਸੱਚੀ ਲੱਗਦੀ ਹੈ, ਤੁਹਾਡੀ ਲੋਟਰੀ ਨਿਕਲੀ ਹੈ, ਜਿੱਦਾਂ ਫ੍ਰੀ ਗਿਫਟ ਮਿਲ ਰਿਹਾ ਕੋਈ ਉਸ ਟਾਈਪ ਦੀ, ਤਾਂ ਉਹਦੇ 'ਤੇ ਯਕੀਨ ਨਹੀਂ ਕਰਨਾ। ਹਾਂਜੀ, ਫੋਰਥ ਵਨ, ਇਫ ਅ ਮੇਲ ਔਰ ਕਾਲ ਆਸਕ ਯੂ ਟੂ ਡਿਪੋਜ਼ਿਟ ਫੀਸ ਔਰ ਚਾਰਜਸ ਇਟ ਇਜ਼ ਪ੍ਰੋਬੇਬਲੀ ਅ ਸਕੈਮ। ਜੇ ਕੋਈ ਮੇਲ ਆ ਰਹੀ ਆ ਔਰ ਫੋਨ ਕਾਲ ਆ ਰਹੀ ਹੈ ਜਿਹੜੀ ਕਹਿ ਰਹੀ ਆ ਪੈਸੇ ਜਮ੍ਹਾਂ ਕਰਾਉਣ ਨੂੰ ਕਿਸੇ ਤਰ੍ਹਾਂ ਦੇ ਚਾਰਜਸ, ਉਹ ਪੱਕਾ ਸਕੈਮ ਆ ਬੇਟਾ। ਫਿਫਥ ਵਨ, ਇਗਨੋਰ ਕਾਲਸ ਫਰੋਮ ਅਨਨੋਨ ਨੰਬਰ ਐਂਡ ਡੂ ਨਾਟ ਕਾਲ ਬੈਕ। ਅਨਨੋਨ ਨੰਬਰ ਤੋਂ ਕਾਲ ਆਉਂਦਾ ਅਤੇ ਉਹਨੂੰ ਇਗਨੋਰ ਕਰੋ, ਲੋੜ ਨਹੀਂ ਪਿਕ ਕਰਨ ਦੀ। ਅਤੇ ਨੈਕਸਟ ਵਨ, ਉਹਨੂੰ ਬੈਕ ਕਾਲ ਤਾਂ ਕਦੇ ਵੀ ਨਹੀਂ ਕਰਨੀ। ਸੋ ਇਹ ਸੀਗੇ, ਹੁਣ ਆਪਾਂ ਇਹਦੇ ਨਾਲ ਰਿਲੇਟਡ ਪੋਸਟਰ ਦੇ ਕੁਐਸਚਨਸ ਦੇਖ ਲਈਏ। ਪੈਨ ਲੈ ਲਈਏ ਆਪਾਂ, ਨਾਲ ਹੁੰਦੇ ਜਿਹੜਾ ਆਪਣਾ ਕੰਮ ਆ ਜਿਹੜਾ ਚੱਲੀ ਜਾਵੇ। ਫਸਟ ਕੁਐਸਚਨ ਬੇਟਾ, ਦ ਪੋਸਟਰ ਇਜ਼ ਐਨ ਅਟੈਂਪਟ ਟੂ ਸੇਵ ਅਸ ਫਰੋਮ। ਕਾਹਦੇ ਤੋਂ ਸੇਵ ਕਰਨ ਲਈ ਸਾਨੂੰ ਇਹ ਪੋਸਟਰ ਬਣਾਇਆ ਗਿਆ? ਨੈੱਟ ਬੈਂਕਿੰਗ, ਔਨਲਾਈਨ ਫਰੋਡਸ, ਸੋਸ਼ਲ ਸਾਈਟਸ, ਮੈਟਰਮੋਨੀਅਲ ਸਾਈਟਸ। ਨੋ, ਔਨਲਾਈਨ ਫਰੋਡ ਬਾਰੇ ਗੱਲ ਹੋ ਰਹੀ ਆ ਕਿ ਉਹ ਇੱਦਾਂ ਠੱਗ ਲੈਂਦੇ ਆ, ਆਹ ਚੀਜ਼ਾਂ ਦਾ ਧਿਆਨ ਰੱਖਣਾ। ਸੋ ਬੀ ਇਜ਼ ਦਾ ਆਨਸਰ। ਬਟ ਸ਼ੁੱਡ ਵੀ ਡੂ ਇਫ ਵੀ ਗੈਟ ਅ ਕਾਲ ਫਰੋਮ ਐਨ ਅਨਨੋਨ ਨੰਬਰ। ਅਨਨੋਨ ਨੰਬਰ ਤੋਂ ਕਾਲ ਆਉਂਦੀ ਹੈ, ਕੀ ਕਰਨਾ ਚਾਹੀਦਾ? ਸਾਨੂੰ ਆਨਸਰ ਕਰ ਦੇਣਾ, ਸੈਂਡ ਮੈਸੇਜ ਕਰਨਾ ਚਾਹੀਦਾ, ਡੋਂਟ ਕਾਲ ਬੈਕ। ਸੀ ਇਜ਼ ਦਾ ਆਨਸਰ। ਹੁਣ ਥਰਡ ਵਨ ਦੇਖਣੀ ਆ, ਵਾਟ ਸ਼ੁੱਡ ਵੀ ਡੂ ਇਫ ਸਮਬody ਆਸਕ ਸਮ ਕ੍ਰਿਸ਼ਲ ਇਨਫੋਰਮੇਸ਼ਨ। ਅਗਰ ਸਾਡੇ ਤੋਂ ਕੋਈ ਕ੍ਰਿਸ਼ਲ ਇਨਫੋਰਮੇਸ਼ਨ ਮੰਗ ਰਿਹਾ ਤਾਂ ਫਿਰ ਅਸੀਂ ਕੀ ਕਰਨਾ ਗਾ ਬੇਟਾ? ਪੜ੍ਹਿਆ ਸੀ ਅਸੀਂ, ਡੋਂਟ ਗਿਵ ਐਨੀ ਇਨਫੋਰਮੇਸ਼ਨ, ਕ੍ਰੋਸ ਕੁਐਸਚਨ ਹਿਮ। ਉੱਥੇ ਜਿਹੜਾ ਪੋਸਟਰ ਦੇ ਅਕੋਰਡਿੰਗ ਕ੍ਰੋਸ ਕੁਐਸਚਨਸ ਦੀ ਗੱਲ ਹੋ ਰਹੀ ਆ, ਠੀਕ ਆ। ਸੋ ਇਹ ਆ, ਅਤੇ ਵਟ ਜੇ ਆਪਾਂ ਉਂਝ ਦੇਖੀਏ, ਡੂ ਨਾਟ ਗਿਵ ਐਨੀ ਇਨਫੋਰਮੇਸ਼ਨ, ਇਹ ਵੀ ਸਹੀ ਹੈ, ਅਤੇ B, A ਐਂਡ B ਵੀ ਲਗਾਇਆ ਜਾ ਸਕਦਾ ਇਹਦਾ ਆਨਸਰ ਬੇਟਾ। ਓਕੇ, ਨੈਕਸਟ ਵਨ, ਨੈਕਸਟ ਕੁਐਸਚਨ, ਸਚ ਪੁਸ਼ਿੰਗ ਮੈਸੇਜ ਕੈਨ ਕਮ ਇਨ ਗਰੋਇੰਗ ਨੰਬਰ ਆਫ ਵੇਜ਼ ਇਨਕਲੂਡਿੰਗ। ਹਾਂ, ਕੋਈ ਇਸ ਤਰ੍ਹਾਂ ਦੇ ਬੇਫਾਲਤੂ ਤੁਹਾਨੂੰ ਮੈਸੇਜ ਆਉਂਦੇ ਨੇ, ਤਾਂ ਫਿਰ ਉਹਦਾ ਕੀ ਕਰਨਾ? ਟੈਕਸਟ ਮੈਸੇਜ, ਈਮੇਲ ਐਂਡ ਫਰੋਡ ਸੋਫਟਵੇਅਰ, ਫੋਨ ਕਾਲਸ, ਵੈਬ ਦਾ ਆਲ। ਜਿਹੜੇ ਹੁਣ ਸਾਨੂੰ ਫਸਾਉਣ ਲਈ ਮੈਸੇਜ ਆਉਂਦੇ, ਉਹ ਟੈਕਸਟ ਮੈਸੇਜ ਵੀ ਉਸਦੇ, ਈਮੇਲਸ ਵੀ ਹੋ ਸਕਦੀਆਂ ਨੇ, ਹੈ ਨਾ, ਫੋਨ ਕਾਲਸ ਵੀ ਆਉਂਦੀਆਂ ਨੇ। ਸੋ all of these. Okay, fifth one, how to recognize such phishing message if it is about you winning a lottery or a free gift। ਕੋਈ ਇਸ ਤਰੀਕੇ ਦਾ ਤੁਹਾਨੂੰ ਮੈਸੇਜ ਆ ਰਿਹਾ ਕਿ ਤੁਸੀਂ ਲਾਟਰੀ ਜਿੱਤ ਲਈ, ਅਸੀਂ ਉਹਨੂੰ ਕਿਵੇਂ ਰੈਕੋਗਨਾਈਜ਼ ਕਰਾਂਗੇ, ਆਈਡੈਂਟੀਫਾਈ ਕਰਾਂਗੇ? ਇਫ ਦੇ ਆਸਕ ਯੂ ਟੂ ਵਿਜ਼ਿਟ ਦੇਅਰ ਆਫਿਸ, ਇਫ ਦੇ ਆਸਕ you to deposit fees, if they ask for your personal details। ਵੈਸੇ ਤਾਂ ਪਰਸਨਲ ਡਿਟੇਲ ਵਾਲੀ ਵੀ ਗੱਲ ਹੋ ਸਕਦੀ ਹੈ, ਬਟ ਇੱਥੇ ਡਿਪੋਜ਼ਿਟ ਫੀਸ ਦੀ ਗੱਲ ਕੀਤੀ ਗਈ ਹੈ, ਤੁਹਾਨੂੰ ਫੀਸ ਡਿਪੋਜ਼ਿਟ ਕਰਨ ਲਈ ਜੇ ਕਹਿ ਰਹੇ ਨੇ। ਸੋ ਅਸੀਂ B ਟਿਕ ਕਰਾਂਗੇ ਬੇਟਾ। ਸੋ ਹੋ ਗਿਆ, ਹਾਂਜੀ।
ਇਹ ਹੈਗਾ ਸਾਡਾ ਨੈਕਸਟ ਪੋਸਟਰ। ਹੁਣ ਇਹਨੂੰ ਧਿਆਨ ਨਾਲ ਦੇਖੋ। ਡੂ ਨਾਟ ਵੇਸਟ, ਟੇਕ ਓਨਲੀ ਵਾਟ ਯੂ ਵਿਲ ਈਟ। ਮੈਨਰਸ, ਗੁੱਡ ਮੈਨਰਸ ਦੀ ਗੱਲ ਹੋ ਰਹੀ ਹੈ। 1 ਪਲੀਜ਼, ਥੈਂਕ ਯੂ। 3rd ਬੀ ਪੋਲਾਈਟ, ਡੂ ਨਾਟ ਇੰਟਰਪਟ, ਰੇਜ਼ ਯੂਰ ਹੈਂਡ, ਚਿਊ ਵਿਦ ਯੂਅਰ ਮਾਊਥ ਕਲੋਜ਼ਡ, ਮੂੰਹ ਬੰਦ ਕਰਕੇ। ਅਤੇ 7th ਵਨ ਹੈ ਲਵ। ਹਾਂਜੀ, ਨੈਕਸਟ ਹੈ ਬੀ ਹੈਲਪਫੁਲ ਟੂ ਅਦਰਸ, ਇਹਦਾ ਹੀ ਪਾਰਟ ਆ ਇੱਕ, ਠੀਕ। ਅਤੇ ਹੁਣ ਕੀ ਆ, ਦੂਜਿਆਂ ਦੀ ਹੈਲਪ ਕਰਨੀ ਚਾਹੀਦੀ ਆ। ਬੀ ਥੋਟਫੁਲ, ਬੀ ਜਨਰਸ, ਆ ਲਿਖੇ ਹੋਇਆ ਸਾਰਾ ਕੁਛ। ਰਿਸਪੈਕਟ ਕਰੋ, ਹੈ ਨਾ, ਦੂਜੇ ਦੀ ਪ੍ਰਾਈਵੇਸੀ ਦੀ, ਪਰਸਨਲ ਪ੍ਰੋਪਰਟੀ ਦੀ ਟੇਕ ਕੇਅਰ ਕਰੋ। ਹੁਣ ਆਪਾਂ ਅੱਗੇ ਚੱਲਦੇ ਹਾਂ, ਦੇਖਦੇ ਹਾਂ ਇਹਦੇ ਕੁਐਸਚਨ। ਓਕੇ, ਪੈਨ ਲੈ ਲਈਏ। ਓਕੇ, ਵਿਚ ਆਫ ਦਾ ਫੋਲੋਇੰਗ ਕੈਨ ਬੀ ਦਾ ਬੈਸਟ ਟਾਈਟਲ ਫॉर ਦਾ ਅਬਵ ਪੋਸਟਰ। ਇਸ ਪੋਸਟਰ ਲਈ ਸਾਰਿਆਂ ਨਾਲੋਂ ਬੈਸਟ ਕੀ ਹੋ ਸਕਦਾ? ਇਹ 'ਚ ਦੋ ਗੱਲਾਂ ਹੋਈਆਂ ਨੇ, ਇੱਕ ਤਾਂ ਗੁੱਡ ਮੈਨਰਸ ਦੀ, ਇੱਕ ਰਾਈਟ ਕੰਡਕਟ ਦੀ, ਹੈ ਨਾ। ਵੈਰੀਅਸ ਵੇ ਟੂ ਹੈਲਪ ਅਦਰਸ, ਫਿਰ ਕੋਈ ਗੱਲ ਹੋ ਰਹੀ ਹੈ, ਗੁੱਡ ਮੈਨਰਸ ਨਹੀਂ ਆ ਰਿਹਾ ਉਹਦੇ ਵਿੱਚ, ਹੈ ਨਾ। ਸੋ ਆਪਾਂ ਬੀ ਟਿਕ ਕਰਾਂਗੇ ਬੇਟਾ ਇਹਨੂੰ। ਸੈਕਿੰਡ ਆ ਵਾਟ ਸ਼ੁੱਡ ਵੀ ਨਾਟ ਡੂ ਇਫ ਸਮਬਡੀ ਇਜ਼ ਸੇਇੰਗ ਸਮਥਿੰਗ। ਜੇ ਸਾਨੂੰ ਕੋਈ ਕੁਝ ਕਹਿੰਦਾ, ਸਾਨੂੰ ਕੀ ਨਹੀਂ ਕਰਨਾ ਚਾਹੀਦਾ? ਲਿਸਨ ਟੂ, ਇੰਟਰਪਟ ਨਹੀਂ ਕਰਨਾ ਚਾਹੀਦਾ ਉਹਨੂੰ, ਉਹਦੇ ਨਾਲ ਆਰਗਿਊ ਨਹੀਂ ਕਰਨਾ ਚਾਹੀਦਾ, ਠੀਕ ਆ। ਹਾਂ, ਉਹਨੂੰ ਰੋਕਣਾ ਨਹੀਂ ਚਾਹੀਦਾ। ਇੱਥੇ ਇੰਟਰਪਟ ਦੀ ਗੱਲ ਹੋਈ ਆ ਸਿਰਫ। ਸੋ ਬੀ ਇਜ਼ ਦਾ ਆਨਸਰ। ਅਸੀਂ ਪੋਸਟਰ ਤੋਂ ਬਾਹਰ ਨਹੀਂ ਜਾਣਾ। ਜੋ ਚੀਜ਼ ਸਾਨੂੰ ਪੋਸਟਰ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਅਸੀਂ ਉਹਨੂੰ ਹੀ ਫੋਲੋ ਕਰਕੇ ਆਨਸਰਸ ਦੇਣੇ ਆ ਬੇਟਾ। ਉਂਝ ਜੇ ਆਪਾਂ ਦੇਖੀਏ ਤਾਂ ਫਿਰ ਡੀ ਆ ਜਾਣਾ ਸੀ, ਬੋਥ ਬੀ ਐਂਡ ਸੀ, ਹੈ ਨਾ। ਪਰ ਇੱਥੇ ਤਾਂ ਕਿਤੇ ਆਰਗਿਊ ਦੀ ਗੱਲ ਨਹੀਂ ਹੋਈ, ਹੈ ਨਾ। ਸੋ ਚਲੋ ਨੈਕਸਟ 3rd ਵਨ, ਵਾਈ ਸ਼ੁੱਡ ਵੀ ਚਿਊ ਵਿਦ ਮਾਊਥ ਕਲੋਜ਼। ਸਾਨੂੰ ਮੂੰਹ ਬੰਦ ਕਰਕੇ ਕਿਉਂ ਖਾਣਾ ਚਾਹੀਦਾ? ਗੁੱਡ ਮੈਨਰ 'ਚ ਇਹਦੀ ਗੱਲ ਹੋਈ ਸੀ, ਇਟ ਇਜ਼ ਅ ਗੁੱਡ ਮੈਨਰ। ਸੋ ਬੀ ਇਜ਼ ਦਾ ਆਨਸਰ। 4th ਵਨ, ਵਾਟ ਡੂ ਵੀ ਡਿਸਪਲੇ ਵੈਨ ਵੀ ਸੇ ਪਲੀਜ਼ ਐਂਡ ਥੈਂਕ ਯੂ। ਜਦੋਂ ਅਸੀਂ ਪਲੀਜ਼ ਔਰ ਥੈਂਕ ਯੂ ਕਹਿੰਦੇ ਹਾਂ ਤਾਂ ਅਸੀਂ ਕੀ ਡਿਸਪਲੇ ਕਰਦੇ ਹਾਂ? ਰਿਸਪੈਕਟ ਡਿਸਪਲੇ ਕਰਦੇ ਹਾਂ ਕਿਸੇ ਲਈ, ਹੈ ਨਾ। ਸੋ ਇਹ ਆਨਸਰ ਆ। 5th ਕੁਐਸਚਨ ਆ, ਵਾਟ ਸ਼ੁੱਡ ਯੂ ਡੂ ਟੂ ਅਵੋਇਡ ਵੇਸਟਿੰਗ ਆਫ ਫੂਡਸ। ਫੂਡ ਨੂੰ ਵੇਸਟ ਕਰਨ ਤੋਂ ਸਾਨੂੰ ਕਿਉਂ ਅਵੋਇਡ ਕਰਨਾ ਚਾਹੀਦਾ? ਕੀ ਚੀਜ਼ ਇਹਦੇ 'ਚ? ਟੇਕ ਓਨਲੀ ਵਾਟ ਯੂ ਕੈਨ ਈਟ, ਪਹਿਲਾਂ ਹੀ ਪਿਆ। ਤੁਹਾਨੂੰ ਓਨਾ ਹੀ ਲੈਣਾ ਚਾਹੀਦਾ ਜਿੰਨਾ ਤੁਸੀਂ ਖਾ ਸਕਦੇ ਹੋ ਬੇਟਾ। ਇਹੀ ਸਾਰਿਆਂ ਨੂੰ ਬੈਸਟ ਵੇ ਆ। ਓਕੇ, ਚਲੋ ਜੀ, ਹੁਣ ਇਹ ਹੋ ਗਿਆ ਸਾਡਾ ਸੈਕਿੰਡ। ਹੁਣ ਸਾਡਾ 3rd ਪੋਸਟਰ ਆ ਗਿਆ, ਇੰਡੀਆਜ਼ ਐਗਰੀਕਲਚਰ ਸੈਕਟਰ ਫਾਰਮ ਟੂ ਫਰੋਕ। ਹੁਣ ਪਹਿਲਾਂ ਤਾਂ ਟਾਈਟਲ ਦੇਖ ਲਓ, ਫਾਰਮ ਹੁੰਦਾ ਖੇਤ, ਟੂ ਫਰੋਕ ਹੁੰਦਾ ਕਾਂਟਾ, ਜਿਹਦੇ ਨਾਲ ਚਮਚੇ ਵਰਗਾ, ਜਿਹਦੇ ਨਾਲ ਉਹ ਟੰਗਾਂ ਜਿਹੀਆਂ ਆਪਾਂ ਖਾਂਦੇ ਹਾਂ ਨਾ, ਵੀ ਮਤਲਬ ਖੇਤ ਤੋਂ ਸਿੱਧਾ ਤੁਹਾਡੇ ਮੂੰਹ ਤੱਕ। ਹੁਣ ਉਹਨਾਂ ਨੇ ਪੁਆਇੰਟਸ ਬਣਾਏ ਨੇ, ਸੋਇੰਗ, ਗਰੋਇੰਗ, ਹਾਰਵੈਸਟਿੰਗ, ਸਟੋਰਿੰਗ, ਮਾਰਕੀਟਿੰਗ, ਹੈ ਨਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਆ ਉਹਦੇ 7 ਪੁਆਇੰਟ ਬਣਾਤੇ, ਹੈ ਨਾ। ਇਹਨਾਂ ਨੂੰ ਆਪਾਂ ਹੁਣ ਜਿਹੜਾ ਉਹਦੇ ਨਾਲ ਰਿਲੇਟਡ ਹੋਊ ਉਹੀ ਉਦੋਂ ਰੀਡ ਕਰਾਂਗੇ। ਚਲੋ ਪਹਿਲਾਂ ਅਸੀਂ ਕੁਐਸਚਨ ਦੇਖਦੇ ਹਾਂ। ਵਾਟ ਇਜ਼ ਦਾ ਪੋਸਟਰ ਆਲ ਅਬਾਊਟ। ਪੋਸਟਰ ਕਾਹਦੇ ਬਾਰੇ ਆ? ਉਹ ਸਾਰਿਆਂ ਨਾਲੋਂ ਉੱਪਰ ਹੀ ਪਿਆ, ਇੰਡੀਆਜ਼ ਐਗਰੀਕਲਚਰ ਸੈਕਟਰ। ਇੱਥੇ ਦੇਖੋ ਕਿੱਥੇ ਪਿਆ ਗਾ ਇਹ ਬੀ ਆ। ਹਾਂ, ਵਾਟ ਇਜ਼ ਔਰਗੈਨਿਕ ਫਾਰਮਿੰਗ। ਔਰਗੈਨਿਕ ਫਾਰਮਿੰਗ ਕੀ ਆ? ਹੁਣ ਅਸੀਂ ਦੇਖੋ ਉਹਦੇ 'ਚ ਪੁਆਇੰਟ ਦੇਖਦੇ ਹਾਂ। ਪਹਿਲਾ ਆਹ ਵਾਲਾ ਔਰਗੈਨਿਕ ਫਾਰਮਿੰਗ ਪਿਆ, ਹੈ ਨਾ। ਇਹਦੇ ਵਿੱਚ ਕੀ ਲਿਖਿਆ ਹੋਇਆ? ਇੰਟਰਗ੍ਰੇਟਡ ਫਾਰਮ system that strive for sustainability, enhancement of soil fertility and biological diversity। ਇਹਦੇ ਬਾਰੇ ਗੱਲ ਹੋ ਰਹੀ ਆ। ਹੁਣ ਆਪਾਂ ਦੇਖਦੇ ਹਾਂ ਜਾ ਕੇ ਕੁਐਸਚਨ ਇਹਦਾ। ਫਾਰਮਿੰਗ ਯੂਜ਼ਿੰਗ ਕੋਸਟਲੀ ਪੈਸਟੀਸਾਈਡਸ, ਨਹੀਂ ਗੱਲ ਹੋਈ ਇਹਦੇ ਬਾਰੇ। ਫਾਰਮ ਯੂਜ਼ਿੰਗ ਅਨਹੈਲਦੀ ਫਰਟੀਲਾਈਜ਼ਰਸ, ਨੋ, ਇਹਦੇ ਬਾਰੇ ਵੀ ਗੱਲ ਨਹੀਂ ਹੋਈ। ਸਟੋਰਿੰਗ ਐਂਡ ਫੂਡਿੰਗ ਪ੍ਰੋਸੈਸਿੰਗ, ਇਹਦੇ ਬਾਰੇ ਵੀ ਕੋਈ ਗੱਲ ਨਹੀਂ ਹੋਈ। ਸੋ ਬਚਿਆ ਸਾਡੇ ਕੋਲ ਸਸਟੇਨੇਬਲ ਫਾਰਮਿੰਗ। 3rd ਵਨ ਬੇਟਾ ਇਹਦਾ ਆਨਸਰ ਹੈ ਪਹਿਲਾ। ਓਕੇ, 3rd ਵਨ ਆ ਬੇਟਾ, 3rd। ਓਕੇ, ਹਾਂਜੀ। ਵਿੱਚ ਹਾਂ ਇਨੀਸ਼ੀਏਟਿਵ ਹੁੰਦਾ ਗਾ ਲਾਭ ਦੇਣ ਲਈ, ਗੌਰਮੈਂਟ ਦੀਆਂ ਜਿਹੜੀਆਂ ਸਕੀਮਸ ਆਉਂਦੀਆਂ ਨੇ, ਇਨੀਸ਼ੀਏਟਿਵ, ਠੀਕ ਆ, ਇਹ ਵਾਲਾ ਵਰਡ ਹੈ। ਹੈਜ਼ ਬੀਨ ਸਟਾਰਟਡ ਫॉर ਦਾ ਔਨਲਾਈਨ ਟ੍ਰੇਡਿੰਗ ਆਫ ਕ੍ਰੋਪਸ। ਔਨਲਾਈਨ ਟ੍ਰੇਡਿੰਗ ਕ੍ਰੋਪਸ ਲਈ ਕਿਹੜਾ ਉਹਨਾਂ ਨੇ ਲਾਭ ਦਿੱਤਾ? ਉਹ ਆ ਈ ਨੇਮਿੰਗ ਪਿਆ ਗਾ ਬੇਟਾ। 6th ਪੁਆਇੰਟ ਆ, ਠੀਕ। ਪੈਨ ਇੰਡੀਆ ਇਲੈਕਟ੍ਰੋਨਿਕ ਟ੍ਰੇਡਿੰਗ ਪਲੇਟਫਾਰਮ। ਸੋ 6 ਵਨ ਹੈ ਅਤੇ ਇੱਥੇ ਹੀ ਇਹਨੂੰ ਪਹਿਲੇ 'ਤੇ ਹੀ ਪਿਆ ਗਾ। ਸੋ ਸਾਡਾ ਆਨਸਰ ਕੀ ਹੋ ਗਿਆ? ਫਸਟ ਦਾ 3rd ਦਾ ਏ। ਵਾਈ ਹਿਜ਼ ਸਟੋਰੇਜ ਐਂਡ ਫੂਡ ਪ੍ਰੋਸੈਸਿੰਗ ਨਸੈਸਰੀ। ਸਟੋਰੇਜ ਵਾਲੇ ਪੁਆਇੰਟ 'ਤੇ ਚਲੋ ਦੇਖੋ 5th ਵਨ ਆ, ਇਟ ਇਜ਼ ਯੂਜ਼ ਟੂ ਪ੍ਰਜ਼ਰਵ ਐਂਡ ਟੂ ਐਕਸਟੈਂਡ ਦਾ ਇਨਸ਼ੋਰ ਸੈਲਫ ਲਾਈਫ ਆਫ ਐਗਰੀਕਲਚਰ ਪ੍ਰੋਡਕਟਸ।
ਉਹਦੀ ਲਾਈਫ ਵਧਾਉਣ ਲਈ ਦੇਖੋ ਇਹ ਕਿੱਥੇ ਆ, ਇਨਕਰੀਜ਼ ਕੁਆਲਿਟੀ ਆਫ ਕ੍ਰੌਪਸ, ਸਸਟੇਨ ਐਂਡ ਇਨਕਰੀਜ਼ ਲਾਈਫ ਆਫ ਕ੍ਰੌਪਸ। ਸੋ ਬੀ ਇਹਦਾ ਆਨਸਰ ਹੈ ਬੇਟਾ। ਓਕੇ, ਫੋਰਥ ਬੰਦਾ। ਫਿਫਥ, ਵਾਈ ਇਜ਼ ਦ ਪਰਪਜ਼ ਆਫ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਉਹਦਾ ਪਰਪਜ਼ ਕੀ ਹੈ ਸਿੰਚਾਈ ਯੋਜਨਾ, ਕ੍ਰਿਸ਼ੀ ਸਿੰਚਾਈ ਯੋਜਨਾ ਵਾਲਾ ਕਿਹੜਾ ਪਿਆ, ਦੇਖੋ ਥਰਡ ਆ, ਹੈ ਨਾ। ਦੇਖੋ ਥਰਡ 'ਚ ਕੀ ਲਿਖਿਆ, ਪਰ ਡਰਾਪ ਮੋਰ ਕਰੋਪ ਟੂ ਮਿਨੀਮਾਈਜ਼ ਵੇਸਟੇਜ ਆਫ ਵਾਟਰ, ਹੈ ਨਾ। ਉਹ ਹੋ ਗਿਆ ਭਾਈ, ਹੁਣ ਦੇਖੋ ਕਿੱਥੇ ਆ ਮਿਨੀਮਾਈਜ਼ ਵੇਸਟੇਜ ਆਫ ਵਾਟਰ, ਆ ਪਿਆ ਬੀ। ਸੋ ਕੀ ਆ ਗਿਆ ਇਹਦਾ ਆਨਸਰ, ਬੀ ਆ ਗਿਆ ਬੇਟਾ। ਹੁਣ ਚੌਥੇ ਦਾ ਕੀ ਸੀਗਾ, ਬੀ। ਪੰਜਵੇਂ ਦਾ ਵੀ ਕੀ ਆ ਗਿਆ, ਬੀ। ਤੀਜੇ ਦਾ ਸੀ ਏ। ਸੋ ਚੈੱਕ ਕਰ ਲਓ ਤੁਸੀਂ ਆਨਸਰਸ, ਹੋ ਗਏ। ਲਓ ਜੀ ਹੁਣ ਆਪਾਂ ਵੱਧਦੇ ਹਾਂ ਨੈਕਸਟ ਵੱਲ। ਵੀਡੀਓ ਚਾਹੇ ਥੋੜ੍ਹੀ ਲੰਬੀ ਹੋ ਜੂ, ਪਰ ਮੈਂ ਹੁਣੇ ਸਾਰੇ ਪੋਸਟਰ ਜਿੰਨੇ ਅਵੇਲੇਬਲ ਸੀ ਤੁਹਾਨੂੰ ਸੈਂਡ ਕੀਤੇ ਹੋਏ ਮੈਂ ਉਹ ਸਾਰੇ ਸੋਲਵ ਕਰ ਦਾਂਗੀ ਇੱਥੇ। ਹੁਣ ਆਪਾਂ ਥੋੜ੍ਹਾ ਜਿਹਾ ਕੁਇਕਲੀ ਕਰਦੇ ਹਾਂ। ਗੌਰਮੈਂਟ ਸੀਨੀਅਰ ਸੈਕੰਡਰੀ ਆਰਟ ਸਕੂਲ ਗੁਰਦਾਸਪੁਰ ਵੱਲੋਂ ਐਂਟੀ ਕਰੈਕਰ ਕੈਂਪੇਨਿੰਗ ਚਲਾਈ ਜਾ ਰਹੀ ਹੈ 2 ਨਵੰਬਰ ਤੋਂ 15 ਨਵੰਬਰ ਤੱਕ। ਲਓ ਜੀ ਹੁਣ ਆਪਾਂ ਦੇਖਦੇ ਹਾਂ ਇਹਦੇ 'ਚੋਂ ਆਪਾਂ ਨੂੰ ਕਿਹੜੇ ਕਿਹੜੇ ਕੁਐਸਚਨ ਨੇ। ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਔਰਗੇਨਾਈਜ਼ਿੰਗ ਅ ਕੰਪੇਨਿੰਗ ਅਗੇਂਸਟ, ਆਪਾਂ ਹੁਣੇ ਪੜ੍ਹਿਆ ਕਰੈਕਰਸ ਦੇ ਬਾਰੇ ਆ। ਦਿਸ ਕੰਪੇਨਿੰਗ ਵਿਲ ਲਾਸਟ ਫॉर ਕਿੰਨੇ, 2 ਨਵੰਬਰ ਤੋਂ 15 ਜਦੋਂ ਕਢਾਈਏ 13 ਹੋ ਗਏ ਨਾ, 13 ਡੇਜ਼ ਹੋ ਗਿਆ ਇਹਦੇ 'ਚ। ਵਾਟ ਇਜ਼ ਦਾ ਰਿਜ਼ਲਟ ਆਫ ਰਸਟਿੰਗ ਕਰੈਕਰਸ ਔਨ ਇਨਵਾਇਰਮੈਂਟ 'ਤੇ ਕੀ ਅਸਰ ਪੈਂਦਾ ਕਰੈਕਰਸ ਦਾ। ਹਾਂਜੀ ਲਓ ਜੀ ਹੁਣ ਆਪਾਂ ਇਹਦਾ ਦੇਖ ਲਈਏ ਕੀ ਅਸਰ ਪੈਂਦਾ ਗਾ, ਹੈ ਨਾ। ਮਿਨੀਮਾਈਜ਼ ਕਿੱਥੇ ਲਿਖਿਆ ਹੋਇਆ, ਆ ਪਿਆ। ਫਾਇਰਿੰਗ ਕਰੈਕਰਸ ਨਾਟ ਓਨਲੀ ਹਾਰਮ ਆਵਰ ਹੈਲਥ ਬਟ ਪੋਲਿਊਟਡ ਦਾ ਇਨਵਾਇਰਮੈਂਟ। ਓਕੇ, ਹੁਣ ਦੇਖੋ ਇਹਦੇ ਵਿੱਚ ਕਿੱਥੇ ਹੈਲਥ ਪ੍ਰੋਬਲਮ ਵਾਲਾ ਬੀ ਆ, ਪੋਲਿਊਟਡ ਦਾ ਆਵਰ ਅਰਥ ਬੀ ਸੀ ਦੋਨੋਂ ਹੀ ਨੇ, ਠੀਕ ਹੈ। ਸੋ ਫਿਰ ਇਹਦਾ ਕੀ ਹੋ ਗਿਆ, ਬੀ ਔਰ ਸੀ, ਡੀ ਆ ਗਿਆ ਦਾ ਆਨਸਰ ਬੇਟਾ। ਨੈਕਸਟ ਵਰਡ ਆ ਗਿਵ ਦਾ ਸਿਨੋਨਿਮ ਵਰਡ ਪੋਲਾਈਟ। ਉੱਥੇ ਕਿਤੇ ਤੁਹਾਨੂੰ ਇਹਦਾ ਸਿਨੋਨਿਮ ਨਹੀਂ ਲੱਭਣਾ, ਇਹ ਤੁਹਾਨੂੰ ਵੈਸੇ ਹੀ ਪਤਾ ਹੋਣਾ ਚਾਹੀਦਾ। ਪੋਲਾਈਟ ਮੀਨਸ ਹੁੰਦਾ ਬੈਡ ਬਿਹੇਵੀਅਰ। ਹੁਣ ਇੱਥੇ ਕਿੱਥੇ ਆ ਬੈਡ ਦਾ ਕੀ, ਇਹਦੇ 'ਚ ਕਿਹੜੇ 'ਚ ਮੀਨਿੰਗ ਪਿਆ ਗਾ, ਦੇਖੋ ਬਲੈਸਿੰਗ ਵੀ ਨਹੀਂ, ਗੁੱਡ ਫੋਰਚੂਨ ਵੀ ਨਹੀਂ ਹੋ ਸਕਦਾ, ਬੈਨੀਫਿਟ ਵੀ ਨਹੀਂ ਹੋ ਸਕਦਾ, ਮਿਸਫੋਰਚੂਨ ਪਿਆ ਪਹਿਲਾਂ ਹੀ। ਓਕੇ ਨੈਕਸਟ ਵਨ ਆ ਵਟ ਮੈਸੇਜ ਇਜ਼ ਗਿਵਨ ਥਰੂ ਦਾ ਪੋਸਟਰ ਦੇ ਰਾਹੀਂ ਕੀ ਸਾਨੂੰ ਮੈਸੇਜ ਦਿੱਤਾ ਜਾ ਰਿਹਾ ਗਾ। ਹਾਂਜੀ ਇਹਦੇ 'ਚੋਂ ਕੀ ਹੋ ਸਕਦਾ, ਗ੍ਰੀਨ ਐਂਡ ਇਕੋ ਫਰੈਂਡਲੀ ਦੀਵਾਲੀ ਮਨਾਉਣੀ ਚਾਹੀਦੀ ਹੈ ਨਾ। ਐਕਸਚੇਂਜ ਗਿਫਟ, ਕੇਅਰਫੁਲ ਰਸਟਿੰਗ ਕਰੈਕਰਸ। ਸੋ ਸਾਨੂੰ ਉਹਨਾਂ ਨੇ ਕਿਹਾ ਗਾ ਗ੍ਰੀਨ ਦੀਵਾਲੀ ਦੀ ਗੱਲ ਹੋ ਰਹੀ ਹੈ, ਕਰੈਕਰਸ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ, ਕਰੈਕਰ ਤਾਂ ਉਹਨਾਂ ਨੇ ਵਜਾਉਣ ਨੂੰ ਕਿਹਾ ਹੀ ਨਹੀਂ। ਸੋ ਇਹ ਹੋ ਗਿਆ ਆਨਸਰ। ਹਾਂਜੀ ਨੈਕਸਟ ਵਨ ਐਂਡ ਆਈ ਹੋਪ ਦਿਸ ਇਜ਼ ਦ ਲਾਸਟ ਵਨ, ਦ ਕੀ ਆਫ ਸਕਸੈਸਫੁਲ ਜੋਬ ਇੰਟਰਵਿਊ। ਜੋਬ ਇੰਟਰਵਿਊ ਲਈ ਕਿਹੜੀ ਸਕਸੈਸਫੁਲ ਉਹਨਾਂ ਨੇ ਸਾਨੂੰ ਕੀਜ਼ ਦਿੱਤੀਆਂ ਨੇ, ਪੁਆਇੰਟਸ ਦਿੱਤੇ ਨੇ, ਉਹਨਾਂ ਨੂੰ ਆਪਾਂ ਪੜ੍ਹ ਲਿਆ। ਰੀਡ ਅਪ ਦਾ ਕੰਪਨੀ ਬਿਫੋਰ your interview, be on time, keep on your eyes on your posture and tone of voice and be natural। ਕਹਿੰਦੇ ਆਪਦਾ ਕੰਪਨੀ ਬਾਰੇ ਸਾਰਾ ਕੁਝ ਪਹਿਲਾਂ ਤੋਂ ਪੜ੍ਹ ਕੇ ਆਓ, ਜਦੋਂ ਇੰਟਰਵਿਊ ਦੇਣ ਜਾ ਰਹੇ ਹੋ ਟਾਈਮ 'ਤੇ ਆਓ, ਆਪਦੇ ਪੋਸਚਰ ਸਹੀ ਰੱਖੋ, ਆਪਦੀ ਜਿਹੜੀ ਆਵਾਜ਼ ਦਾ ਟੋਨ ਉਹ ਸਹੀ ਰੱਖੋ, ਨੈਚੁਰਲ ਰਹੋ। ਪ੍ਰਪੇਅਰ ਵਾਟ ਯੂ ਆਰ ਗੋਇੰਗ ਟੂ ਸੇ ਐਂਡ ਲਿਸਨ ਕੇਅਰਫੁਲੀ। ਜੋ ਤੁਸੀਂ ਬੋਲਣ ਜਾ ਰਹੇ ਹੋ ਉਹਨੂੰ ਪ੍ਰਪੇਅਰ ਕਰਕੇ ਆਓ ਅਤੇ ਧਿਆਨ ਨਾਲ ਸੁਣੋ। ਡੋਂਟ ਵਫਲ, ਡੋਂਟ ਇੰਟਰਪਟ ਐਂਡ ਡੋਂਟ ਟਾਕ ਬੈਡਲੀ ਅਬਾਊਟ ਯੂਅਰ ਪ੍ਰੀਵੀਅਸ ਜੋਬਸ। ਬਫਲ ਹੁੰਦਾ ਗਾ ਬੇਟਾ ਵਰਡ ਇੱਥੇ, ਬਫਲ ਮੀਨਸ ਬੇਫਾਲਤੂ ਦੀਆਂ ਗੱਲਾਂ ਕਰਨੀਆਂ, ਲੰਬਾ ਬੋਲੀ ਜਾਣਾ ਬਹੁਤ ਦੇਰ ਤੱਕ, ਉਹਦੇ 'ਚ ਕੁਝ ਵੀ ਇੰਟਰਸਟਿੰਗ ਔਰ ਮੀਨਿੰਗਫੁਲ ਨਾ ਹੋਣਾ, ਹੈ ਨਾ, ਇਹਦਾ ਮਤਲਬ ਆ। ਅਤੇ ਆਪਣੀ ਪ੍ਰੀਵੀਅਸ ਜੋਬ ਬਾਰੇ ਕੁਝ ਵੀ ਮਾੜਾ ਨਹੀਂ ਬੋਲਣਾ। ਹਾਈਲਾਈਟ ਯੂਅਰ ਸਟਰੋਂਗ ਪੁਆਇੰਟਸ, ਆਪਦੇ ਸਟਰੋਂਗ ਪੁਆਇੰਟਸ ਨੂੰ ਹਾਈਲਾਈਟ ਕਰੋ। ਐਮਫੈਸਾਈਜ਼ ਕਰੈਕਟਰਿਸਟਿਕਸ ਦੈਟ ਵਿਲ ਇੰਟਰਸਟ ਦਾ ਕੰਪਨੀ। ਉਹੋ ਜਿਹੀਆਂ ਕਰੈਕਟਰਿਸਟਿਕਸ ਉਹਨਾਂ ਨੂੰ ਪੇਸ਼ ਕਰੋ, ਉਹਨਾਂ 'ਤੇ ਜ਼ੋਰ ਦਿਓ, ਐਮਫੈਸਾਈਜ਼ ਕਰੋ ਜਿਹੜੀ ਕੰਪਨੀ ਨੂੰ ਜਿਹ 'ਚ ਇੰਟਰਸਟ ਹੋਵੇ। ਸੋ ਇਹ ਹੋ ਗਈਆਂ ਕੀਜ਼। ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਐਸਚਨਸ ਦੇਖ ਰਹੇ ਹਾਂ ਬੇਟਾ। ਪੋਸਟਰ ਇਜ਼ ਰਿਗਾਰਡਿੰਗ ਟਿਪਸ ਫॉर ਸਕਸੈਸਫੁਲ ਇੰਟਰਵਿਊ। ਤਾਂ ਫਸਟ ਵੱਲ ਤਾਂ ਪਹਿਲਾਂ ਹੀ ਕਲੀਅਰ ਆ, ਰਾਈਟ। ਫਰੇਜ਼ ਰੀਡ ਅਪ ਔਨ ਸਟੈਂਡਸ ਫॉर, ਪਹਿਲਾਂ ਹੀ ਜਿਹੜੇ ਉਹਦੇ ਵਿੱਚ ਪੜ੍ਹਿਆ ਗਿਆ ਹੈਗਾ ਰੀਡ ਅਪ ਔਨ ਦਾ ਕੀ ਮੀਨਿੰਗ ਹੈ ਬੇਟਾ, ਠੀਕ ਹੈ। ਹੁਣ ਤੁਸੀਂ ਇਹਦੇ 'ਚ ਰੀਡ ਸਲੋਲੀ ਅਲਾਊਡਲੀ, ਤਾਂ ਰੀਡਿੰਗ ਅਬਾਊਟ ਸਮਥਿੰਗ ਟੂ ਗੈਟ ਮੋਰ ਇਨਫੋਰਮੇਸ਼ਨ, ਇਹ ਵਾਲਾ ਆਊਗਾ ਵੀ ਕੰਪਨੀ ਬਾਰੇ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਪਹਿਲਾਂ ਤੋਂ ਉਹਨਾਂ ਬਾਰੇ ਪੜ੍ਹ ਕੇ ਆਓ। ਹਾਂਜੀ ਬੇਟਾ ਥਰਡ ਕੁਐਸਚਨ, ਹਾਊ ਕੈਨ ਅ ਪਰਸਨ ਬੀ ਸਕਸੈਸਫੁਲ ਇਨ ਹਿਜ਼ ਇੰਟਰਵਿਊ 'ਚ ਕੋਈ ਪਰਸਨ ਆ ਜਿਹੜਾ ਕਿਵੇਂ ਸਕਸੈਸਫੁਲ ਹੋ ਸਕਦਾ ਗਾ। ਸਾਡੇ ਕੋਲ 4 ਆਪਸ਼ਨਸ ਦਿੱਤੀਆਂ ਹੋਈਆਂ ਨੇ। ਓਕੇ ਫਸਟ ਵਨ ਪ੍ਰੋਪਰ ਇਨਫੋਰਮੇਸ਼ਨ ਐਂਡ ਪ੍ਰਪੇਅਰਿੰਗ ਫॉर ਦਾ ਪੋਸਟ, ਇਹ ਵੀ ਹੋਣਾ ਚਾਹੀਦਾ। ਵਿਦ ਪੰਕਚੁਅਲਿਟੀ ਐਂਡ ਇਹ ਵੀ ਹੋਣਾ ਚਾਹੀਦਾ।
ਹਾਈ ਰਾਈਟਿੰਗ ਸਟਰੋਂਗ ਪੁਆਇੰਟ ਸੇਮ ਹੋਣਾ ਆਲ ਦਾ ਅਬਵ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਸੋ ਡੀ ਇਜ਼ ਦਾ ਆਨਸਰ। ਹਾਂ ਸੂਟੇਬਲ ਹੁਣ ਵਰਬ ਭਰਨਾ ਬੇਟਾ ਸੂਟੇਬਲ ਵਰਬ। ਵੇਅਰ ਆਰ ਯੂ ਗੋ ਗੋਨ ਗੋਇੰਗ ਵਿਲ ਗੋ ਗੋਇੰਗ ਆਊਗਾ ਬੇਟਾ ਸੀ ਇਜ਼ ਦਾ ਆਨਸਰ। ਹਾਂਜੀ ਐਂਟਨਮ ਪ੍ਰੀਵੀਅਸ ਦਾ ਵਿਰੋਧੀ ਸ਼ਬਦ ਜਿਵੇਂ ਆਪਾਂ ਕਹਾਂਗੇ ਦੇਣਾ ਹੈਗਾ ਫੋਲੋਇੰਗ ਓਲਡ ਅਬਵ ਪ੍ਰੋਸੀਡਿੰਗ। ਉਹਨਾਂ ਨੇ ਕਿਹਾ ਆਪਦੀ ਪ੍ਰੀਵੀਅਸ ਜੋਬ ਬਾਰੇ ਮਤਲਬ ਕਿ ਆਪਣੀ ਪੁਰਾਣੀ ਜੋਬ ਬਾਰੇ ਓਲਡ ਜੋਬ ਬਾਰੇ ਗੱਲ ਕਰਨ ਬੈਡਲੀ ਨਹੀਂ ਕਰਨੀ। ਸੋ ਇਹਦਾ ਆਨਸਰ ਹੋ ਗਿਆ ਬੇਟਾ। So that's all for now. Subscribe the channel for more video. Watch all revision videos for good marks. Watch all weekly tests too beta. Have a great day. Thank you for watching and listening. Keep practicing, keep learning. Best of luck for your exams beta.